तन गुनाहर बन जे, लाद वखर लै चालियो, सेवक की ओढ़क निभही प्रीत, जीवत साहिब सेवियो अपना, चलते राखियो चीत। परम सत्कार योग, परम सन्मान योग, चबर छतर तख्त दे मालिक धन धन गुरु ग्रंथ साहिब जी महाराज तिन्हां दी पावन पवित्र हजूरी दे विच कल रोज़ तो आपां शहीदां दे सरताज धन धन गुरु अर्जुन देव जी महाराज तिन्हां दा जीवन आपां शुरू कीता सी, जिस दी संपूर्णता विद्वान लिखते हैं तख्त तो लैके शहादत तक वो सफ़र आपां शुरू किया। वैसे तो गुरु ग्रंथ साहिब जी महाराज का बचन है, तेरे कवन कवन गुण कह कह गावां, तू साहिब गुरी निधाना, तुमरी महिमा वर्ण न साकू, तू ठाकुर ऊच केदा जम्मिया है जेड़ा गुरु अर्जुन देव जी दे पूरे जीवन नूं बयान कर सके। बस इन्ना की है, मन्ने की गत कही न जाए, जे को कहे वो सब तो वड्डा बेवकूफ है, जे को कहे पिछे पछताए। महाराज कहंदे कागद कलम ना लिखन हार, ते फिर की करिए मन्ने का बह करन, आपां विचार ही कर सकते, बस इस तो इलावा कुछ नहीं साडे पल्ले। मन्ने का बह करन विचार, गुरु अर्जुन देव जी महाराज दी जीवन दियां विचारां जिन्नी को गुरु साहिब ने बुद्धि बख्शी है, ਉਹਦੇ ਹਿਸਾਬ ਦੇ ਨਾਲ ਆਪਾਂ ਆਪ ਜੀ ਦੇ ਚਰਨਾਂ ਵਿੱਚ ਕੱਲ ਦੀ ਰੱਖਣੀ ਸ਼ੁਰੂ ਕੀਤੀ ਹੈ। ਕੱਲ ਜੋ ਆਪਾਂ ਵਿਚਾਰ ਕੀਤੀ ਸੀ ਇੱਕ ਸ਼ਹੀਦ ਸ਼ਬਦ ਦੇ ਬਾਰੇ, ਦੂਸਰਾ ਅਸੀਂ ਗੁਰੂ ਸਾਹਿਬ ਦੇ 11 ਸਾਲ ਜੋ ਉਹਨਾਂ ਨੇ ਨਾਨਾ ਗੁਰੂ ਦੇ ਚਰਨਾਂ ਦੇ ਵਿੱਚ ਬਿਤਾਏ ਆ। ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਸ਼ੁਰੂਆਤ ਵੇਲੇ, ਇੱਕ ਹੈ 11 ਸਾਲ ਉਹਨਾਂ ਨੂੰ प्यार मिलिया अपने नाना गुरु का, बड़े ध्यान दे नाल सुनियो। दूसरा उन्हां दी मां है माता भानी जी, तीसरा उन्हां नूं धन धन गुरु रामदास जी महाराज वर्गा बाप मिलिया। संगत देखो उन्हां दी, हुण संगत दे विचार महाराज गुरु ग्रंथ साहिब जी कहंदे है, मेरे माधो जी सत संगत मिले सो ते गुर प्रसाद। हाँ इत्थे आओ, गुरु दी बख्शिश दे नाल तैनूं उच्ची कहंदे पदवी मिल जावेगी। परम पद 3 गुणां नूं छड्ड के चौथा गुण है जिन्हों आपां रजोगुण तमोगुण ते सतोगुण कहने हैं। इन्हां तिन्नां तो निकल के आखिरी जिहड़ी मंजिल है वो है परम पद, उन्होंने निर्वाण पद भी कहा गया है, उन्होंने सहज अवस्था भी कहा गया है। महाराज कहंदे मेरे माधो जी सत संगत मिले सो तरया, गुर प्रसादी परम पद पाया। चलो सूके कासट अगे चलिए आपां। बाबा कबीर जी दे 2 श्लोक मैं आप जी दे सन्मुख रखांगा संगत दे, फिर आपां अगली विचार शुरू करते हैं। कबीर निर्मल बूंद आकाश की, पर गई भूमि बेकार, बिन संगत इयों मन ई होए गई पठ शार। अर्थ करांगा ਇਹਦੀ। बाबा कबीर जी कहते हैं कि बदलों के विचों बारिश हेठां आनी शुरू हुई है। जदों बदलों के विचों बारिश हेठां शुरू हुई ना, वो बारिश दियां बूंदां
ਦੇ ਵਿੱਚ ਕਿਸੇ ਵੀ ਕਿਸਮ ਦੀ ਇੰਪਿਉਰਿਟੀ ਨਹੀਂ ਸੀ, ਬਿਲਕੁਲ ਸਾਫ਼। ਜਿਸ ਤਰ੍ਹਾਂ ਉਹ ਧਰਤੀ ਦੇ ਵੱਲ ਨੂੰ ਆ ਰਹੀਆਂ, ਉਹਦੇ ਵਿੱਚ ਨਾਈਟ੍ਰਿਕ ਐਸਿਡ ਵਗੈਰਾ, HCl ਹਾਈਡਰੋਜਨ ਕਲੋਰਾਈਡ ਵਗੈਰਾ ਵਗੈਰਾ, ਇਹ ਸਾਰੇ ਐਸਿਡ ਉਹ ਜਿਹੜੀਆਂ ਆ ਰਹੇ ਆ, ਜਿਹਦੇ ਕਰਕੇ ਆਪਾਂ ਨੂੰ ਸਾਇੰਸ ਵਿੱਚ ਐਸਿਡ ਰੇਨ ਵੀ ਕਹਿ ਦਿੰਦੇ ਆ। ਉਹ ਜਦੋਂ ਉੱਥੋਂ ਸ਼ੁਰੂ ਹੋਈ ਨਾ, ਉਦੋਂ ਬੜੀ ਨਿਰਮਲ ਸੀ। ਲੇਕਿਨ ਉਹਨੂੰ ਹੋਇਆ ਕਿ ਜਦੋਂ ਉਹ ਧਰਤੀ ਤੇ, ਉਸ ਧਰਤੀ ਤੇ ਪਈ ਹੈ ਜਿਹੜੀ ਧਰਤੀ ਬੰਜਰ ਸੀਗੀ ਤੇ ਸੜੀ ਹੋਈ ਸੀ, ਪਰ ਗਈ ਭੂਮ ਵਿਕਾਰ, ਚੰਗੀ ਧਰਤੀ ਨਹੀਂ ਮਿਲੀ ਉਹਨੂੰ। ਫਿਰ ਮਹਾਰਾਜ ਕਹਿੰਦੀ ਹੈ ਬਿਨ ਸੰਗਤ ਇਉ ਮਨ ਈ, ਸੰਗਤ ਤੋਂ ਬਗੈਰ ਉਹਦੇ ਹਾਲਾਤ ਕੀ ਹੋ ਗਏ? ਚੰਗੀ ਹੋਏ ਗਈ ਭੱਠ, ਜਿੱਦਾਂ ਕਹਿੰਦੇ ਭੱਠੇ ਦੇ ਵਿੱਚੋਂ ਇੱਟਾਂ ਪਕਾਈਆਂ ਹੋਣ ਤੇ ਇੱਟਾਂ ਆਪਾਂ ਬਾਹਰ ਕੱਢ ਕੇ ਉਹਦਾ ਆਪਾਂ ਮੁੱਲ ਪਾ ਕੇ ਉਹਨੂੰ ਵੇਚ ਦਿੱਤਾ, ਤੇ ਬਾਕੀ ਪਿੱਛੇ ਕੀ ਰਹਿ ਗਿਆ? ਕਾਲੀ ਸੋਹਾ ਰਹਿ ਗਈ, ਜਿਹਦਾ ਕੋਈ ਕੰਮ ਨਹੀਂ, ਜਿਹਦੀ ਕੋਈ ਕੀਮਤ ਨਹੀਂ, ਸੰਗਤ ਤੋਂ ਬਗੈਰ। ਹੁਣ ਨਿਰਮਲ ਬੂੰਦ ਕੀ ਹੈ ਜੀ? ਬਾਬਾ ਕਬੀਰ ਜੀ ਇੱਥੇ ਤੱਕ ਨਹੀਂ ਹੈਗੇ। ਨਿਰਮਲ ਬੂੰਦ ਕੀ ਹੈ? ਉਹ ਮਾਂ ਦੇ ਗਰਭ ਚੋਂ ਪੈਦਾ ਹੋਇਆ ਉਹ ਬੱਚਾ ਜਿਹਦੇ ਅੰਦਰ ਹਲੇ ਕਿਸੇ ਕਿਸਮ ਦਾ ਕੋਈ ਵਿਕਾਰ ਨਹੀਂ ਹੈ, ਇਹ ਹੈ ਨਿਰਮਲ ਬੂੰਦ। ਤੇ ਪਰ ਗਈ ਭੂਮ ਵਿਕਾਰ, ਨਾ ਤੇ ਉਹਨੂੰ ਦਾਦੀ ਚੰਗੀ ਮਿਲੀ ਤੇ ਨਾ ਉਹਨੂੰ ਮਾਂ ਚੰਗੀ ਮਿਲੀ, ਤੇ ਉਹਦੇ ਹਾਲਾਤ ਕੀ ਹੋ ਗਏ? ਜਵਾਨ ਜਦੋਂ ਹੋਇਆ, ਬਿਨ ਸੰਗਤ ਇਉ ਮਨ ਈ ਹੋਏ ਗਈ ਭੱਠ, ਇਹ ਉਹਦੇ ਹਾਲਾਤ, ਆਪਣੇ ਹਾਲਾਤ, ਜੀਵਨ ਦੇ ਹਾਲਾਤ ਆਪਣੇ ਦੇ। ਹੁਣ ਦੂਸਰਾ ਸ਼ਲੋਕ ਇਹਦੇ ਨਾਲ ਹੀ ਹੈ ਬਾਬਾ ਕਬੀਰ ਜੀ ਦਾ। ਅਗਲਾ ਸ਼ਲੋਕ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ, ਚੰਗੀ ਧਰਤੀ ਮਿਲ ਗਈ ਇਹਨੂੰ। ਹੁਣ ਮਾਂ ਮਿਲ ਗਈ ਉਹਨੂੰ ਬਾਣੀ ਪੜਨ ਵਾਲੀ, ਮਾਂ ਮਿਲ ਗਈ ਉਹਨੂੰ ਅੰਮ੍ਰਿਤ ਵੇਲੇ ਨਿਤਨੇਮ ਨੂੰ ਸਾਂਭਣ ਵਾਲੀ, ਤੇ ਮਾਂ ਉਹ ਮਿਲ ਗਈ ਉਹਨੂੰ ਜਿਹੜੀ ਆਪਣੇ ਪੁੱਤ ਨੂੰ ਸਮਝਾਉਂਦੀ ਹੈ, ਪੁੱਤ ਹਮੇਸ਼ਾ ਭਾਣੇ ਦੇ ਵਿੱਚ ਰਹਿਣਾ। ਤੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਵੀ ਤੁਸੀਂ ਏਡਾ ਭਾਣਾ ਕਿੱਦਾਂ ਵਰਤਾ ਦਿੱਤਾ? ਕਹਿੰਦਾ ਭਾਨੀ ਦਾ ਜਾਇਆ ਸੀ, ਬਚਪਨ ਤੋਂ ਭਾਣੇ ਦੇ ਵਿੱਚ ਰਹਿਣਾ ਸਿੱਖਿਆ, ਇਸ ਕਰਕੇ ਭਾਣਾ ਵਰਤਾ ਦਿੱਤਾ। ਭਾਨੀ ਦਾ ਜਾਇਆ ਸੀ, ਭਾਣੇ ਵਿੱਚ ਰਹਿਣਾ ਸਿਖਾਇਆ, ਇਸ ਕਰਕੇ ਏਡਾ ਵੱਡਾ ਭਾਣਾ ਮੈਂ ਵਰਤਾ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ। ਚਲੋ ਆਪਾਂ ਅੱਗੇ ਚਲੀਏ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ, ਅਨੇਕ ਸਿਆਣੇ ਪਚ ਗਏ। ਥੱਕ ਗਏ, ਕਹਿਣ ਲੱਗੇ ਪੁੱਤ ਏਦਾਂ ਕਰ, ਤੂੰ ਖੰਡੇ ਬਾਟੇ ਦੀ ਪੌਲ ਛਕੀ ਆ, ਗਾਤਰਾ ਲਾ ਤੇ ਵਾਲ ਵੂਲ ਕਟਾ, ਆਸਟ੍ਰੇਲੀਆ ਆਇਆ ਤੇ ਐਸ਼ ਕਰ। ਅਨੇਕ ਸਿਆਣੇ ਪਚ ਗਏ, ਥੱਕ ਗਏ ਇਹ ਗੱਲ ਕਹਿ ਕੇ, ਨਾ ਨਿਰਵਾਰੀ ਜਾਏ, ਉੱਤੇ ਕੋਈ ਅਸਰ ਨਹੀਂ ਹੈ। ਸੋ ਕਹਿਣ ਤੋਂ ਭਾਵ ਵਟ ਆਈ ਮੀਨ ਟੂ ਸੇ ਕਿ ਇਹ ਬੱਚੇ ਜਿਹੜੇ ਹਨ ਇਹ ਸਾਡੇ ਨਿਰਮਲ ਬੂੰਦ ਹਨ। ਮਾਂ ਚਾਵੇ ਤੇ ਇਹਨਾਂ ਨੂੰ ਫਕੀਰ ਬਣਾ ਸਕਦੀ ਹੈ, ਤੇ ਮਾਂ ਚਾਵੇ ਤੇ ਇਹਨਾਂ ਨੂੰ ਸ਼ੈਤਾਨ ਬਣਾ ਸਕਦੀ ਹੈ। ਲੋ ਇੱਕ ਸਾਖੀ ਦੇ ਨਾਲ, ਬਾਬਾ ਫਰੀਦ ਜੀ ਦੀ ਮਾਤਾ ਬਚਪਨ ਦੇ ਵਿੱਚ ਬਾਬਾ ਫਰੀਦ ਨੂੰ ਕਹਿੰਦੀ ਹੈ, ਪੁੱਤ ਆਪਾਂ ਮੁਸਲਮਾਨ ਹਾਂ, 5 ਵਕਤ ਤੇ ਨਮਾਜ਼ੀ ਹਾਂ, ਤੇ ਪੁੱਤ ਤੂੰ ਵੀ ਥੋੜਾ ਜਿਹਾ ਨਾ ਬੈਠਿਆ ਕਰ ਤੇ ਨਮਾਜ਼ ਪੜਿਆ ਕਰ। ਤੇ ਮਾਂ, ਬੱਚੇ ਦੀ ਜਿੱਦਾਂ ਆਦਤ ਹੁੰਦੀ ਹੈ, ਮਾਂ ਨਮਾਜ਼ ਪੜ ਕੇ ਮੈਨੂੰ ਮਿਲੇਗਾ ਕੀ? ਪੁੱਤ ਤੂੰ ਬੈਠ ਤਾਂ ਸਹੀ, ਰੱਬ ਤੈਨੂੰ ਮਿੱਠਾ ਦਿਆ ਕਰੇਗਾ। ਬੱਚਾ ਸੀ ਨਾ, ਮਿੱਠੇ ਤੇ ਉਦੋਂ ਮਿੱਠਾ, ਹੁਣ ਤੇ ਬੱਚਿਆਂ ਦੀਆਂ ਡਿਮਾਂਡਾਂ ਹੀ ਹੋਰ ਹੋ ਗਈਆਂ। ਹੁਣ ਤੇ ਪੈਦਾ ਹੁੰਦਿਆਂ ਹੀ ਕਹਿ ਦਿੰਦਾ ਪ੍ਰੋ ਮੈਕਸ ਆ ਜਾਵੇ 14 ਤੇ ਤਾਂ ਗੱਲ ਬਾਨੀ ਆ, ਉਦਾਂ ਗੱਲ ਨਹੀਂ ਬਾਨੀ। ਪੁੱਤ ਮਾਂ, ਰੱਬ ਮਿੱਠਾ ਦਿਆ ਕਰੇਗਾ, ਰੱਬ ਮਿੱਠਾ ਦਿਆ ਕਰੇਗਾ। ਬੱਚੇ ਨੇ ਬਹਿਣਾ ਸ਼ੁਰੂ ਕਰ ਦਿੱਤਾ। ਮਾਂ ਨੇ ਉਹਦੇ ਮੁਸੱਲੇ ਦੇ ਪਿੱਛੇ, ਮੁਸੱਲਾ ਸ਼ਬਦ ਸਮਝਦੇ ਹੋ, ਜਿਹਦੇ ਤੇ ਬੈਠ ਕੇ ਮੁਸਲਮਾਨ ਨਮਾਜ਼ ਪੜ੍ਹਦੇ ਆ, ਉਸ ਕੱਪੜੇ ਨੂੰ ਮੁਸੱਲਾ ਕਿਹਾ ਜਾਂਦਾ। ਤੇ ਇਸ ਸ਼ਬਦ ਨੂੰ ਬਾਬਾ ਫਰੀਦ ਜੀ ਨੇ ਵਰਤਿਆ। ਕੰਨ ਮੁਸੱਲਾ ਸੂਫ ਗੱਲ ਬਾਬਾ ਫਰੀਦ ਜੀ ਨੇ ਵਰਤਿਆ ਆਪਣੇ ਸ਼ਲੋਕਾਂ ਦੇ ਵਿੱਚ। ਉਹ ਮੁਸੱਲੇ ਤੇ ਬੈਠਣਾ, ਮਾਂ ਨੇ ਥੋੜੀ ਦੇਰ ਬਾਅਦ ਆਉਣਾ ਤੇ ਪਿੱਛੋਂ ਦੀ ਆ ਕੇ ਮੁਸੱਲਾ ਚੱਕ ਕੇ ਥੱਲੇ ਮਿੱਠਾ ਰੱਖ ਦੇਣਾ। ਇਸੇ ਤਰ੍ਹਾਂ ਚੱਲਦਾ ਰਿਹਾ। ਦੇਖੋ, ਮਾਂ ਦੀ ਘਾਲਣਾ ਬੱਚੇ ਦੀ ਜ਼ਿੰਦਗੀ ਦੇ ਵਾਸਤੇ ਬਹੁਤ ਜ਼ਰੂਰੀ ਹੈ। ਮੇਰੇ ਕੋਲ ਹਜ਼ਾਰਾਂ ਉਦਾਹਰਨਾਂ ਹਨ ਗੁਰੂ ਗ੍ਰੰਥ ਸਾਹਿਬ ਆਪਣੇ ਸਿੱਖ ਇਤਿਹਾਸ ਵਿੱਚ, ਮੈਂ ਤੁਹਾਨੂੰ ਦੱਸ ਸਕਦਾ। ਮਾਂ ਤੋਂ ਬਗੈਰ ਬੱਚੇ ਦੀ ਜ਼ਿੰਦਗੀ ਜਿਹੜੀ ਨਾ ਉਹ ਨਹੀਂ ਸਵਰਦੀ। ਇਸ ਲਈ ਸਾਧ ਸੰਗਤ ਜੀ,
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਾਂ ਦਾ ਤੇ ਬੱਚੇ ਦਾ ਪਿਆਰ ਹੀ ਬੜਾ ਦਿਖਾਇਆ। ਤੁਸੀਂ ਹੁਣੇ ਹੀ ਪੜ੍ਹਨਾ ਮੇਰੇ ਨਾਲ, ਆਨੰਦ ਭਿਆ ਮੇਰੀ। ਹਾਂ, ਜਦੋਂ ਬੱਚੇ ਦਾ ਆਨੰਦ ਹੁੰਦਾ ਨਾ, ਪਹਿਲੀ ਸਾਂਝ ਉਹ ਮਾਂ ਨਾ ਪਾਉਂਦਾ, ਬਾਪ ਨਾ ਨਹੀਂ ਪਾਉਂਦਾ। ਊੜੇ ਊੜ ਆਵੇ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮਹਿ ਸਿਮਰਨ। ਜੇ ਉਹ ਕੂੰਜਾਂ ਵੀ ਉੱਡ ਕੇ ਜਾਂਦੀਆਂ ਤੇ ਉਹ ਬੱਚੇ ਨੂੰ ਪਿੱਛੇ ਚੇਤੇ ਕਰਦੀਆਂ। ਬਾਬਾ ਨਾਮਦੇਵ ਜੀ ਕਹਿੰਦੇ ਆ, 5 ਕੋਸ ਪਰ ਗਊ ਚਰਾਵਤ, ਗਾਈਆਂ ਚਰਨ ਜਾਂਦੀਆਂ, ਲੇਕਿਨ ਧਿਆਨ ਉਹਨਾਂ ਦਾ ਚੀਤ ਸੋ ਬਛੜਾ ਰਾਖੀ ਵਾਲੇ। ਪਿੱਛੇ ਧਿਆਨ ਉਹਨਾਂ ਦਾ, ਗਊ ਫੀਮੇਲ ਹੈ, ਮਾਂ ਹੈ, ਮਾਂ ਦਾ ਧਿਆਨ ਬੱਚੇ ਦੇ ਵਿੱਚ ਹਮੇਸ਼ਾ ਹੁੰਦਾ ਹੈ। ਮੈਂ ਜਿਹੜੀ ਗੱਲ ਕਹਿਣੀ ਚਾਹ ਰਿਹਾ ਸੀ, ਮਾਂ ਨੇ ਕਹਿਣਾ, ਪੁੱਤ ਤੂੰ ਨਮਾਜ਼ ਪੜ੍ਹਿਆ ਕਰ। ਸਮਾਂ ਚੱਲਦਾ ਗਿਆ, ਮਾਂ ਨੇ ਮਸੱਲਾ ਚੱਕਣਾ ਤੇ ਹੇਠਾਂ ਉਹਦੇ ਮਿੱਠਾ ਰੱਖ ਦੇਣਾ। ਅੱਜ ਬਾਬੇ ਫਰੀਦ ਨੇ ਮਿੱਠਾ ਨਹੀਂ ਛਕਿਆ। ਪੁੱਤ ਤੂੰ ਮਿੱਠਾ ਨਹੀਂ ਖਾਧਾ, ਰੱਬ ਨੇ ਮਿੱਠਾ ਦਿੱਤਾ। ਕਹਿੰਦਾ ਨਹੀਂ ਮਾਂ, ਅੱਜ ਤੇ ਮੈਨੂੰ ਮਿੱਠਾ ਹੀ ਕੁਝ ਹੋਰ ਮਿਲ ਗਿਆ। ਅੱਜ ਤੇ ਇਸ ਮਿੱਠੇ ਦੇ ਨਾਲੋਂ ਹੋਰ ਮਿਠਾਸ ਆ ਗਈ। ਉਹ ਮਿਠਾਸ ਕੀ ਹੈ? ਉੱਥੇ ਬਾਬਾ ਫਰੀਦ ਜੀ ਕਹਿੰਦੇ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਮਾਂ ਇਹ ਸਾਰੀਆਂ ਵਸਤੂਆਂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਅੱਜ ਤੇ ਰੱਬ ਦੇ ਸਿਮਰਨ ਦਾ ਮੈਨੂੰ ਮਿੱਠਾ ਹੀ ਮਾਂ ਹੋਰ ਆ ਗਿਆ। ਸ਼ੱਕਰ ਖੰਡ ਕਹਿਣ ਦਾ ਮਤਲਬ ਕਿ ਸੰਸਾਰੀ ਪਦਾਰਥਾਂ ਤੋਂ ਉਪਰਾਮ ਹੋ ਕੇ ਉਹਨੂੰ ਪਰਮਾਤਮਾ ਦਾ ਜਿਹੜਾ ਪਿਆਰ ਸੀਗਾ ਉਹਦੇ ਵਿੱਚੋਂ, ਰਸ ਦੇ ਵਿੱਚੋਂ ਉਹਨੂੰ ਮਿੱਠਾ ਆ ਗਿਆ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਇਹ ਮਾਂ ਸਾਰੀਆਂ ਮਿੱਠੀਆਂ, ਪਰ ਰੱਬ ਨਾ ਪੁੱਜਣ ਤੁਧ। ਇਹਨਾਂ ਤੱਕ ਰੱਬ ਦਾ ਜਿਹੜਾ ਮਿੱਠਾ ਆਇਆ ਨਾ, ਇਹ ਉਹਦੇ ਮਿੱਠੇ ਦੇ ਨਾਲੋਂ ਥੱਲੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਆ, ਕਹਿੰਦੇ ਮਾਂ ਮੈਂ ਅੱਜ ਇੱਕ ਬਚਨ ਕਰਨ ਲੱਗਾ। ਬਾਪੂ ਨੂੰ ਕਹਿੰਦੇ, ਬਾਪੂ ਮੈਂ ਬਚਨ ਕਰਨ ਲੱਗਾ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਬਾਪੂ ਨੂੰ ਕਹਿੰਦੇ, ਗੁਸਾਈ ਮਹਿੰਡਾ ਇਠੜਾ, ਪਰਮਾਤਮਾ ਨਾਲ ਮੈਨੂੰ ਪਿਆਰ ਹੋ ਗਿਆ। ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਮੋ ਮਿੱਠੜਾ। ਮੇਰੇ ਅੰਮ ਤੇ ਅੱਬੇ, ਬਾਪੂ ਤੇ ਮੇਰੀ ਮਾਂ, ਤੇਰੇ ਨਾਲੋਂ ਵੀ ਜ਼ਿਆਦਾ ਮਿਠਾਸ ਉਹਦੇ ਵਿੱਚ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਗੁਸਾਈ ਮਹਿੰਡਾ ਇਟੜਾ, ਅੰਮ ਅੱਬੇ ਥਾਮੋ। ਮੈਂ ਬੇਨਤੀ ਕਰਾਂ, ਅੱਗੇ ਚੱਲੀਏ ਆਪਾਂ। 11 ਸਾਲ 1563 ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ। 1563 ਤੋਂ ਆਪਾਂ 1574 ਦਾ ਜੀਵਨ ਉਹਨਾਂ ਦਾ ਲੈ ਰਹੇ ਹਾਂ। 11 ਸਾਲ, ਕਿਉਂਕਿ 1574 ਵਿੱਚ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ ਹੈ, ਉਹ 1574 ਵਿੱਚ। ਜਿਹੜੀ ਗੱਲ ਮੈਂ ਕਰਨੀ ਚਾਹਾਂਗਾ, ਇਹਨਾਂ 11 ਸਾਲਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਬਾਪ ਨੂੰ ਗੁਰੂ ਅਮਰਦਾਸ ਦੇ ਘਰ ਦੇ ਵਿੱਚ ਟੋਕਰੀ ਢੋਂਦਿਆਂ ਦੇਖਿਆ। ਠੀਕ ਹੈ ਜੀ, ਅਸੀਂ ਜਵਾਈ ਲੱਭਦੇ ਆ ਇਦਾਂ ਦਾ। ਸੁਣ ਲਿਓ ਮੇਰੀ ਉਹ ਧੀਓ, ਤੁਸੀਂ ਵੀ ਜਵਾਈ ਲੱਭਣੀ ਹੈ। ਜਵਾਈ ਲੱਭਣਾ ਇਦਾਂ ਦਾ, ਘਰ ਟੋਕਰੀ ਢੋਵੇ, ਪਰ ਆਪ ਗੁਰੂ ਅਮਰਦਾਸ ਵਰਗੀਆਂ ਆਦਤਾਂ ਨਹੀਂ ਸਾਡੇ ਅੰਦਰ ਹੈਗੀਆਂ। ਜਵਾਈ ਲੱਭਦਾ ਹਰ ਸਹੁਰਾ ਕਿ ਮੇਰਾ ਇਦਾਂ ਦਾ ਹੋਵੇ, ਪਰ ਆਪ ਵੀ ਤੇ ਫਿਰ ਗੁਰੂ ਅਮਰਦਾਸ ਵਰਗਾ ਆਪਣਾ ਜੀਵਨ ਜਿਹੜਾ ਉਹ ਆਪਾਂ ਬਣਾਈਏ। ਮੈਂ ਬੇਨਤੀ ਕਰਨੀ ਚਾਹਾਂਗਾ, ਉਹਨਾਂ ਨੇ ਆਪਣੇ ਬਾਪੂ ਨੂੰ, ਹੱਲੇ ਉਹ ਗੁਰੂ ਨਹੀਂ ਬਣੇ, ਹੱਲੇ ਭਾਈ ਜੇਠਾ ਵੀ ਲਿਖਿਆ ਵਿਦਵਾਨਾਂ ਨੇ, ਔਰ ਕਈਆਂ ਨੇ ਰਾਮਦਾਸ ਵੀ ਨਾਮ ਲਿਖਿਆ। ਚਲੋ ਆਪਾਂ ਇਸ ਪਾਸੇ ਨਹੀਂ ਪੈਣਾ। ਉਹਨਾਂ ਨੇ ਆਪਣੇ ਬਾਪ ਨੂੰ ਗੁਰੂ ਅਮਰਦਾਸ ਜੀ ਦੇ ਘਰ ਦੇ ਵਿੱਚ ਸੇਵਾ ਕਰਦਿਆਂ ਦੇਖਿਆ। ਮੈਂ ਸੇਵਾ ਤੇ ਥੋੜਾ ਜਿਹਾ ਬੋਲਣਾ ਚਾਹਾਂਗਾ। ਅੱਜ ਤਕਰੀਬਨ ਪਹਿਲਾ ਪਹਿਰ ਰਾਤ ਦਾ ਬੀਤ ਗਿਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੇ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਆਰਾਮ ਕਰਨ ਵਾਸਤੇ ਚੁਬਾਰਾ ਸਾਹਿਬ ਵੱਲ ਨੂੰ ਜਾ ਰਹੇ ਆ, ਆਪਣੇ ਘਰ ਨੂੰ ਜਾ ਰਹੇ ਆ, ਜਿਹਨੂੰ ਹੁਣ ਆਪਾਂ ਚੁਬਾਰਾ ਸਾਹਿਬ ਕਹਿੰਦੇ ਆ, ਗੋਇੰਦਵਾਲ ਸਾਹਿਬ ਦੀ। ਠੀਕ ਹੈ ਜੀ। ਤੇ ਕੀ ਦੇਖਦੇ ਆ? ਰਾਮਦਾਸ ਜੀ, ਬਾਬਾ ਰਾਮਦਾਸ ਜੀ, ਗੁਰੂ ਰਾਮਦਾਸ ਜੀ ਕਹਿ ਲਈਏ ਆਪਾਂ, ਹੱਲੇ ਵੀ ਸੇਵਾ ਕਰ ਰਹੇ। ਜਿਹੜੇ ਕਾਮਿਆਂ ਨੇ ਲੁਹਾਂਡੇ, ਟੋਕਰੇ ਤੇ ਕਈਆਂ ਵਰਤੀਆਂ ਸੀ ਨਾ, ਉਹ ਸਾਰੀਆਂ ਉੱਥੇ ਰੱਖ ਗਏ ਆ। ਤੇ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਕਈਆਂ ਲੁਹਾਂਡੇ ਤੇ ਟੋਕਰੇ ਰਾਤ ਨੂੰ ਇਕੱਠੇ ਕਰ ਰਹੇ ਆ, ਇਕੱਠੇ ਕਰਕੇ ਇੱਕ ਥਾਂ ਤੇ ਰੱਖ ਰਹੇ ਆ। ਜੋ ਕੁਝ ਉੱਥੇ ਖਲਾਰਾ ਪਿਆ ਸੀਗਾ ਉਹਨੂੰ ਇਕੱਠਾ ਕਰ ਰਹੇ ਆ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਕਹਿੰਦੇ
रामदास पुत रात बड़ी हो गई है, तू आराम नहीं करना? कहंदे महाराज आराम तो करना ही है। कहंदे फिर चल, कहंदे कहंदे आ मैं कहंदे जेड़ा गुरु घर दा खलारा वै ओ मैं सांभ लवां। आ जेड़ा गुरु घर दा खलारा वै, शब्द ये है लिखे ਉਹਦੇ ਵਿੱਚ ਇਤਿਹਾਸ ਦੇ ਵਿੱਚ, ਆ ਜਿਹੜਾ ਗੁਰੂ ਘਰ ਦਾ ਖਿਲਾਰਾ ਵੈ ਇਹਨੂੰ ਮੈਂ ਸਾਂਭ ਲਵਾਂ, ਫਿਰ ਆਪਾਂ ਸਵੇਰੇ ਇਹਨਾਂ ਨੂੰ ਵਰਤਣਾ। ਉੱਤੇ ਫਿਰ ਗੁਰੂ ਅਮਰਦਾਸ ਨੇ ਕਿਹਾ, ਕਹਿੰਦੇ ਰਾਮਦਾਸ ਜਿਹੜੇ ਗੁਰੂ ਘਰਾਂ ਦੇ ਖਿਲਾਰਿਆਂ ਨੂੰ ਇਕੱਠੇ ਕਰਦੇ ਆ, ਵਾਹਿਗੁਰੂ ਦੀ ਇੱਕ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਸਿੰਘਾਸਨ ਮਿਲ ਜਾਂਦਾ ਹੈ, ਉਹਨਾਂ ਨੂੰ ਸਿੰਘਾਸਨ ਤੇ ਉਹ ਪਹੁੰਚ ਜਾਂਦੇ ਆ। गुरु रामदास अपने नेम दे मुताबिक अज मिट्टी ढो रहे हैं जी, मिट्टी ढो रहे हैं। टोकरी उन्हां दे सिर ते है, विआह उन्हां दा हो चुका, शादी उन्हां दी हो चुकी है। ते अज लाहौर तो सोढी परिवार आई। सोढी परिवार नूं पता लगा भी जिन्नू असी गलियां दे विच रोलण दे लई मजबूर कर दिता सीगा, जिन्नू असी लाहौर दियां गलियां दे विच इकल्ला छड्ड दिता सीगा, पता लगा कि वो गोइंदवाल दी धरती ते गुरु अमरदास जी, गुरु नानक देव जी दा तीसरा शरीर। जोत ओही है साध संगत जी, जोत कदी तीजी नहीं कहनी, गलती नहीं करनी कह के, क्योंकि बाणी कहती जोत ओहा जुगत साए सहकाया फिर, बस जोत ओही है। गुरु नानक देव जी का तीसरा शरीर जिन्हां दे विच गुरु नानक देव जी की जोत विद्यमान है, उन्हां दे घर दा जवाई बन गया। चल के देखिए तो सही कि साडे पुत्र दी किन्नी को इज्जत है, किन्नी को टौर है, उत्थे किन्ने क दबके मारदा जवाई है ना, फिर जवाई बन गया। जाके देखिए ते रामदास जी, गुरु रामदास जी महाराज दे सिर ते टोकरी है, कपड़े उन्हां दे मिट्टी नाल लिबड़े हुए है, दाड़े दे विच भी मिट्टी जिहड़ी टोकरे तो किर के उन्हां दे मूंह दे उपर पै रही है। ते अगों सोढी परिवार आया, कहंदे जवाना इत्थे साडा पुत्र है, एक सुनिया है वो इस घर दा जवाई है, असी उन्हों मिलन आए हैं, वो लाहौर दा पिछों रहन वाला। इन्नी गल जदों जवान ने सुनी, गुरु रामदास जी महाराज ने सुनी, ते उन्होंने टोकरा लाया ते टोकरा ला के क्या, चाचा जी मत्था टेकदा, ताया जी मत्था टेकदा। जदों इन्नी गल कही, कहंदे तू है? कहंदे हाँ मैं हाँ। कहंदे फिर सानू कहण दे कि तू साडे वड्डे भरा दे नाल माफ करना, जेड़े बोल बोले मेरी जबान सड़ जावे मैं ना कवां, पर मैनू कहने पैने, तू साडे वड्डे भरा हरदास दे नाल तू क्यों नहीं नाल मर गया? कहंदे जे सौहरियां दे घर ही कहंदे टोकरी ढोनी सीगी ते तू क्यों नहीं मर गया? उत्थे कवि संतोख सिंह जी लिखदे, पित के मरे सदन को त्यागा, पिता पित के मरे सदन को त्यागा, कर ससुरार बसियो निर्भागा। ते गुरु अमरदास जी नूं कहंदे इसने तो सिर माटी पाई, तुम विचार करो उचताई। तुसी ते कोई उच्ची विचार रखनी सी, सोच रखनी सी, तुहाडे घर दा जवाई है ते तुसी इहदे कोलों टोकरी ढोंदे पए हो, टोकरियां ढवांदे पए हो। उत्थे फिर गुरु रामदास जी महाराज गुरु अमरदास जी दे चरनां विच पै गए। चरनां विच पै के कहंदे महाराज इन्हां नूं बख्श लियो, इन्हां नूं नहीं पता इस घर दीयां बरकतां की हन, इस घर दीयां बख्शिशां की हन। ते गुरु रामदास जी दा आप जी ने पौड़ी नाल सांझ पाई है। भाई साहब ने आप जी नूं शब्द सुनाया, सा सेवा कीती सफल है। इस तो पहला ना मैं गुरु अर्जुन देव जी दा बचन, तुसी जदों बाणी पढ़ते हो गुरु तेग बहादुर जी महाराज के सलोकों तो पहला एक सलोक आंदा, गुरु अर्जुन देव जी का सलोक 12 ते वधिक, खंभ विकंदड़े जे लहां, ठीक है जी, किन्ना सावी तोल, तन जड़ाई अपने लहां सो सज्जन टोल, सज्जन सच्चा पातशाह सिर साहां दे साह, जिस पास बैठिया सोही है सबना दा। उत्थे महाराज केड़े खंभां दी गल करदे आ, क्योंकि एक पंछी नूं उड्डण वास्ते घट्टो घट्ट 2 खंभ चाहीदे आ, एक खंभ नाल वो नहीं उड़ सकदा। शब्द है खंभ विकंदड़े, जे एक खंभ हुंदा ते उहनूं
ਲਾ ਨਹੀਂ ਸੀ ਪੈਣੀ, ਕੰਨਾ ਪੈਣਾ ਸੀ ਖੰਭ, ਵਿਕੰਦੜਾ ਸ਼ਬਦ ਹੋਣਾ ਸੀ। ਇਹ ਸਾਧ ਸੰਗਤ ਜੀ ਦੋ ਖੰਭ ਜਿਹੜੇ ਵਿਦਵਾਨਾਂ ਨੇ ਜੋ ਇਹਦੇ ਅਰਥ ਕੀਤੇ ਆ, ਪਹਿਲਾ ਖੰਭ ਹੈ ਸੇਵਾ ਦਾ, ਦੂਸਰਾ ਖੰਭ ਹੈ ਸਿਮਰਨ ਦਾ। ਸਾਧ ਸੰਗਤ ਜੀ ਸੇਵਾ ਤੇ ਸਿਮਰਨ ਦੇ ਜਿਹੜੇ ਦੋ ਖੰਭ ਨਾ, ਜਦੋਂ ਇਹ ਸਿੱਖ ਦੇ ਕੋਲ ਹੈ ਨਾ, ਤੇ ਫਿਰ ਉਹ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਖੰਭ ਵਿਕੰਦੜੇ ਜੇ ਲਹਾ ਕਿੰਨਾ ਸਾਵੀਂ ਤੋਲ, ਉਹਨਾਂ ਖੰਭਾਂ ਨੂੰ ਮੈਂ ਆਪਣੇ ਸਰੀਰ ਦੇ ਬਰਾਬਰ ਤੋਲ ਦਿਆਂ। ਖੰਭ ਵਿਕੰਦੜੇ ਜੇ ਲਹਾ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾ ਸੁਸੱਜਣ ਟੋਲ। ਭਾਈ ਸਾਹਿਬ ਜੀ ਸ਼ਬਦ ਪੜ ਰਹੇ ਸੀਗੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਇਹ ਸੇਵਾ ਜਿਹੜੀ ਹੈ ਨਾ, ਸੇਵਾ ਤੋਂ ਹੀ ਸੰਤੋਖ ਪੈਦਾ ਹੋਵੇਗਾ। ਤੁਸੀਂ ਆਸਾ ਕੀ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਹੋ, ਮਾਫ ਕਰਨਾ, ਉਹਨਾਂ ਦੀ ਪੌੜੀ ਹੁੰਦੀ ਹੈ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਸਾਰਾ ਕੁਝ ਸੇਵਾ ਤੋਂ ਮਿਲ ਰਿਹਾ, ਸੇਵਾ ਤੋਂ ਸੰਤੋਖ ਹੈ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਖ ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ, ਅਨ ਪਾਣੀ ਥੋੜਾ ਖਾਇਆ। ਤੇ ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ, ਸੇਵਾ ਵੀ ਸਾਧ ਸੰਗਤ ਜੀ ਉਹੀ ਕਰ ਸਕਦਾ ਜਿਹਦੇ ਭਾਗਾਂ ਦੇ ਵਿੱਚ ਲਿਖੀ ਹੈ। ਅਦਰਵਾਈਜ਼ ਅਸੀਂ ਪਦਾਰਥਵਾਦੀ ਇੰਨੇ ਜ਼ਿਆਦਾ ਹੋ ਗਏ ਹਾਂ ਕਿ ਸਾਡੇ ਕੋਲ ਸੇਵਾ ਕਰਨ ਦਾ ਸਮਾਂ ਹੀ ਨਹੀਂ ਹੈ। ਚਲੋ ਮੈਂ ਅੱਗੇ ਚੱਲਾਂ ਆਪਣੇ ਪ੍ਰਕਰਨ ਤੇ। ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰੂ ਅਰਜਨ ਦੇਵ ਜੀ ਨੇ ਸੇਵਾ ਕਰਦਿਆਂ ਦੇਖਿਆ। ਹੁਣ ਮਾਂ ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇ ਰਹੀ ਹੈ। ਨੈਚੁਰਲੀ ਗੱਲ ਹੈ, ਮਾਂ ਨੇ ਆਸ਼ੀਰਵਾਦ ਦੇਣਾ। ਬੀਬੀ ਭਾਨੀ ਜੀ, ਮਾਤਾ ਭਾਨੀ ਜੀ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਆਸ਼ੀਰਵਾਦ ਦੇ ਰਹੀ ਹੈ। ਉਹ ਆਸ਼ੀਰਵਾਦ ਕੀ ਦੇ ਰਹੀ ਹੈ? ਇਸੇ ਆਸ਼ੀਰਵਾਦ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਉਹਨਾਂ ਨੇ ਬਾਣੀ ਵਿੱਚ ਪੂਰਾ ਸ਼ਬਦ ਦੇ ਰੂਪ ਵਿੱਚ ਲਿਖਿਆ। ਮਾਂ ਕਹਿ ਰਹੀ ਹੈ ਪੂਤਾ ਮਾਤਾ ਕੀ, ਬੇਸ਼ੱਕ ਉਦੋਂ ਹੱਲੇ ਸ਼ਬਦ ਉਚਾਰੇ ਨਹੀਂ ਗਿਆ, ਪਰ ਮਾਂ ਦੇ ਅੰਦਰ ਦੀ ਭਾਵਨਾ, ਮਾਂ ਦੇ ਅੰਦਰ ਦੀ ਸ਼ਰਧਾ, ਮਾਂ ਦੇ ਅੰਦਰ ਦੀਆਂ ਅਰਦਾਸਾਂ ਗੁਰੂ ਅਰਜਨ ਦੇਵ ਜੀ ਨੇ ਬਾਅਦ ਦੇ ਵਿੱਚ ਉਹਨੂੰ ਅੰਕਿਤ ਕੀਤਾ। ਮਾਂ ਕਹਿ ਰਹੀ ਹੈ ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਇਹਦੀ ਸ਼ੁਰੂਆਤ ਹੁੰਦੀ ਹੈ ਜਿਸ ਸਿਮਰਤ ਸਭ ਕਿਲ ਬਿਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ। ਕਹਿੰਦੇ ਉਹਦਾ ਸਿਮਰਨ ਕਰ, ਬੜੇ ਧਿਆਨ ਨਾਲ ਸੁਣਿਓ, ਉਹਦਾ ਸਿਮਰਨ ਕਰ ਜਿਹਦੇ ਸਿਮਰਨ ਕਰਕੇ ਤੇਰੇ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਨਰਕਾਂ ਵਿੱਚ ਬੈਠੇ ਹੈ, ਉਹ ਨਰਕਾਂ ਚੋਂ ਉੱਠ ਕੇ ਸਵਰਗਾਂ ਵਿੱਚ ਆ ਜਾਣਗੇ। ਬੜੇ ਧਿਆਨ, ਸਿਰਫ ਇੱਕ ਸਮਝਾਉਣ ਦੀ ਖਾਤਰ। ਵੈਸੇ ਬਾਣੀ ਨਰਕਾਂ ਤੇ ਸਵਰਗਾਂ ਨੂੰ ਨਹੀਂ ਮੰਨਦੀ, ਸਮਝਾਉਣ ਦੀ ਖਾਤਰ ਉਹਨਾਂ ਦਾ ਵੀ ਉਧਾਰ ਹੋ ਜਾਏਗਾ। ਤੇ ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਕਿਹਾ ਸੀਗਾ, ਇਹ ਨਾ ਜਨਮੇ ਬੰਸ ਤੁਮਾਰੇ, ਗਿਰਤ ਨਰਕ ਮੈਂ ਪਿਤਰ ਤੁਮਾਰੇ। ਜਦੋਂ ਆਏ ਸੀ ਨਾ, ਪਿਤ ਕੇ ਮਰੇ ਸਦਨ ਕੋ ਤਿਆਗਾ, ਕਰ ਸੋ ਸਰਾਰ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਤੁਮ ਵਿਚਾਰ ਕਰੋ ਉਚਤਾਈ। ਉੱਥੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਹੈ। ਗੁਰੂ ਅਮਰਦਾਸ ਜੀ ਸੋਢੀ ਪਰਿਵਾਰ ਨੂੰ ਕਹਿੰਦੇ, ਇਹ ਨਾ ਜਨਮੇ ਬੰਸ ਤੁਮਾਰੇ, ਜੇ ਤੁਹਾਡੇ ਖਾਨਦਾਨ 'ਚ ਇਹ ਨਾ ਜੰਮਿਆ ਹੁੰਦਾ ਤੇ ਗਿਰਤ ਨਰਕ ਮੈਂ ਪਿਤਰ ਤੁਮਾਰੇ, ਤੁਸੀਂ ਤੇ ਤੁਹਾਡੇ ਪਿੱਤਰ ਇਹਨਾਂ ਨੂੰ ਨਰਕਾਂ 'ਚੋਂ ਕਿਸੇ ਨੇ ਨਹੀਂ ਸੀ ਬਾਹਰ ਕੱਢਣਾ। ਇਹ ਪੂਰਾ ਬਚਨ ਉਹਨਾਂ ਦਾ। ਇੱਥੇ ਮਹਾਰਾਜ ਕਹਿੰਦੇ ਆ, ਜਿਸ ਸਿਮਰਤ ਸਭ ਕਿਲ ਬਿਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ ਪੂਤਾ। ਮੇਰੀਆਂ ਮਾਵਾਂ ਤੇ ਮੇਰੀਆਂ ਧੀਆਂ ਨਾ ਜਦੋਂ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੁੰਦਾ, ਭਾਈ ਸਾਹਿਬ ਨੂੰ ਮਜਬੂਰ ਕਰਦੀਆਂ ਕਿ ਸ਼ਬਦ ਪੜਿਆ ਜਾਵੇ। ਭਾਈ ਸਾਹਿਬ ਨੇ ਪੜ੍ਹ ਦੇਣਾ, ਮੈਨੂੰ ਵੀ ਕਹੋਗੇ, ਮੈਂ ਵੀ ਅਰਥ ਕਰ ਦੇਣੇ, ਪਰ ਮੈਂ ਆਪਣੀਆਂ ਧੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਇਹ ਜਿਹੜਾ ਸ਼ਬਦ ਹੈ ਨਾ,
ਇਹ ਤੁਸੀਂ ਆਪਣੇ ਬੱਚੇ ਦੇ ਕਮਰੇ ਦੇ ਵਿੱਚ ਲੈਮੀਨੇਟ ਕਰਕੇ ਇਹਨੂੰ ਟੰਗ ਲਓ। ਜਦੋਂ ਵੀ ਅੰਮ੍ਰਿਤ ਵੇਲੇ ਉੱਠੋ ਤੇ ਉਸ ਬੱਚੇ ਦੇ ਕੰਨ ਦੇ ਵਿੱਚ ਇਹ ਸ਼ਬਦ ਪੜੋ। ਇੱਕ ਤੇ ਤੁਹਾਡੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੋ ਜਾਵੇਗੀ, ਦੂਸਰਾ ਤੁਹਾਡੀ ਬੱਚੇ ਦੇ ਕੰਨਾਂ ਦੇ ਵਿੱਚ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਪੈ ਜਾਵੇਗੀ। ਪ੍ਰੋਫੈਸਰ ਪੂਰਨ ਸਿੰਘ ਨੂੰ ਜਦੋਂ ਉਹਨਾਂ ਦੀ ਮਾਂ ਠਾਲਦੀ ਸੀ ਨਾ, ਇਹ ਨਹੀਂ ਸੀ ਕਹਿੰਦੀ ਪੂਰਨਾ ਉੱਠ, ਤੇ ਸਾਡੇ ਤੇ ਪੰਜਾਬ ਦੀਆਂ ਮਾਵਾਂ ਕਹਿੰਦੀਆਂ ਮਰ ਜਾਣਿਆ ਬਸ ਆ ਗਈ ਹੈ, ਉੱਠ ਪੈ ਫਟਾਫਟ ਸਕੂਲ ਤੈਨੂੰ ਮੈਂ ਤਿਆਰ ਕਰਨਾ। ਇਹੋ ਹਾਲਾਤ ਨਹੀਂ ਸਾਧ ਸੰਗਤ ਜੀ, ਇਹ ਪੰਜਾਬ ਦੇ ਹਾਲਾਤ ਸੀ। ਇੱਥੇ ਵੀ ਇਹ ਹੀ ਹੋਣੀ ਹੈ, ਬੱਚੇ ਉਹੀ ਹੈਗੇ, ਸਾਰੇ ਪੰਜਾਬ ਵਾਲੇ ਹੀ ਹੈ, ਮੈਂ ਦੇਖ ਲਿਆ। ਮਹਾਰਾਜ ਉਹ ਪੂਰਨ ਸਿੰਘ ਨੂੰ ਕਦੀ ਉਠਾਲਦੀ ਨਹੀਂ ਸੀ ਏਦਾਂ ਕਿ ਉੱਠ ਪੂਰਨਾ। ਮਾਂ ਲੰਘਦੀ ਵੜਦੀ ਨਾ, ਉਹਦੇ ਕੰਨ ਦੇ ਵਿੱਚ ਜਪਜੀ ਸਾਹਿਬ ਦੀ ਪੌੜੀ ਪੜ ਜਾਂਦੀ ਸੀ। ਕਿਤੇ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ। ਬੇਸ਼ੱਕ ਉਹ ਥੋੜੇ ਸਮੇਂ ਵਾਸਤੇ ਸਿੱਖੀ ਤੋਂ ਡਾਈਵਰਟ ਹੋ ਗਿਆ ਸੀਗਾ, ਪਰੰਤੂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਗਤ ਵਿੱਚ ਆ ਕੇ ਫਿਰ ਐਸਾ ਆਇਆ, ਕਿਉਂਕਿ ਅੰਦਰ ਮਾਂ ਨੇ ਬੀਜ ਬੀਜਿਆ ਸੀ। ਉਹ ਬੀਜ ਥੋੜੀ ਦੇਰ ਲਈ ਦੱਬਿਆ ਗਿਆ, ਲੇਕਿਨ ਉਹ ਬੀਜ ਮਰਿਆ ਨਹੀਂ, ਬੀਜ ਗਲਿਆ ਨਹੀਂ। ਉਹ ਬੀਜ ਸਮਾਂ ਪਾ ਕੇ ਫਿਰ ਦੁਬਾਰਾ ਪ੍ਰਫੁੱਲਤ ਹੋ ਗਿਆ। ਮੈਂ ਦਾਅਵੇ ਨਾ ਕਹਿਣਾ ਤੁਹਾਨੂੰ ਵੀ, ਅੱਜ ਤੁਸੀਂ ਆਪਣੇ ਬੱਚੇ ਨੂੰ ਬਾਣੀ ਨਾਲ ਜੋੜ ਦਿਓ। ਮੈਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਨਾ, ਕੱਲ ਨੂੰ ਜੇ ਬੱਚਾ ਥੋੜੇ ਸਮੇਂ ਵਾਸਤੇ ਡਾਈਵਰਟ ਹੋ ਵੀ ਜਾਵੇਗਾ ਨਾ, ਬੀਜ ਤਾਂ ਉਹਦੇ ਅੰਦਰ ਹੈ। ਉਹ ਫਿਰ ਜਦੋਂ ਵਾਪਸ ਫਿਰ ਦੁਬਾਰਾ ਸਿੱਖੀ 'ਚ ਆਵੇਗਾ ਨਾ, ਤੇ ਮੈਂ ਦਾਅਵੇ ਨਾ ਕਹਿਣਾ ਉਹ ਸਿੱਖੀ ਦਾ ਪ੍ਰਚਾਰਕ ਬਣ ਕੇ ਆਵੇਗਾ। पूता माता की आशीष निमख न बिसरो तुमको हर हर सदा भजो। अगली पंक्ति जी, हुण मां लगी है आशीष देन। पहली आशीष की है, पहली की है मां कहंदी, कहंदी सतगुरु तुमको होए दयाला। मेरे पुत्र तेरे ते गुरु दी बख्शिश होवे, ते तेरी यारी जिहड़ी है ना वो बाणी पढ़न वालियां दे नाल होवे, वो चंगे इंसानां दे नाल होवे, वो जुआरियां ते चोरां दे नाल ना होवे। भाई वीर सिंह जी कोल एक नवा जोड़ा गया जी, विआह करवा के आखे भाई वीर सिंह जी असी बाणी कदों पढ़नी शुरू करनी है। कहंदे पुत बाणी ते तुसी 8-10 साल पहला पढ़नी शुरू करनी सी। कहंदे कमाल दी गल है। कहंदे क्यों? कहंदे पुत बच्ची नूं क्या, कहंदे बच्चीए धीए तू तां बाणी पढ़नी सीगी कि तेरा आनंद कारज होना, आनंद कारज तो बाद तेरी कुख दे विच परमात्मा ने बख्शिश करनी है, ते उस बख्शिश तो पहला कम से कम उस कुख दी जिहड़ी है वो तैयारी हुंदी। एक ना कवि संतोख सिंह दी विशा हैगा 100 अरदास, 101 अरदास, किते पढ़ के देखियो। सिख दे हर जीवन दे विच उन्हां ने अरदास लिखी है, हर जीवन दे विच, हर काम दे विच अरदास। अरदास दे नाल सिख ने हर जिहड़ी गल है वो शुरू करनी है। मां कह रही है सतगुरु तुमको होए दयाला, संत संग तेरी प्रीत, कापड़ पत परमेश्वर राखी। पुत्र तू वड्डा होवेगा, वन सवन्ने कपड़े पावेगा, पर तेरी आत्मा दा जिहड़ा कपड़ा वो गुरु दी बख्शिश है, जितों फिर कदी वो नंगा नहीं हुंदा। ये कपड़े इत्थे ही रह जाने साडे, जिन्ने मर्जी पा लीए आपां, लेकिन जिहड़ी आत्मा ते परमात्मा दी बख्शिश दा कपड़ा ना, वो ते परमात्मा दी दरगाह दे विच ओदे नाल जाना। महाराज कहंदे कापड़ पत परमेश्वर राखी, ते मां कहंदी है भोजन कीर्तन, कहंदी पुत तू वड्डा होना, वन सुवन्ने भोजन खाने हैं, लेकिन तेरी आत्मा दी खुराक गुरु दी कीर्ति है। तेरी आत्मा दी खुराक तेरी गुरु दी। मेरिया धीओ ये अर्थ है, शब्द सुन लेना, सिर मार लेना, सत्कार कर देना नहीं गल बानी इहदे नाल, जिन्नी देर तक तुसी प्रैक्टिकल नहीं हुंदे। पूता माता की आशीष निमख ना बिसरो तुमको हर हर सदा भजो जगदीश। सतगुरु तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत। फिर मां कह रही है अमृत पीवो हो, सदा चिर जीवो हो। हर सिमरत आनंद अनंता, रंग तमाशा पूर्ण आशा कबहे ना व्यापे चिंता। ये मां आशीर्वाद दे रही है अपने बच्चे को, ये बीबी भानी ही दे सकती है। माफ करना मैं
ਕਹਿ ਦਿਆਂ ਇਹ ਬੀਬੀ ਭਾਨੀ ਹੀ, ਮਾਤਾ ਭਾਨੀ ਹੀ, ਮਾਤਾ ਗੰਗਾ ਜੀ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਸ਼ੀਰਵਾਦ ਦੇ ਸਕਦੇ ਆ। ਅਸੀਂ ਤੇ ਇਸ ਅਵਸਥਾ ਤੇ ਕਿੱਥੋਂ ਪਹੁੰਚਣਾ, ਕਿਉਂਕਿ ਕੋਸ਼ਿਸ਼ ਹੀ ਨਹੀਂ ਕਰਨੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੈ। ਚਿੰਤਾ ਬਸ 2 ਮਿੰਟ ਹੋਰ ਵਿਚਾਰ ਕਰਨੀ। 1574 ਦਾ ਸਮਾਂ ਆਇਆ, ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣਾ ਚੋਲੇ ਸੰਕੋਚਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਇਹ ਬੜੀ ਨਾ ਇੱਕ ਸਿੱਖ ਕੌਮ ਦੇ ਵਿੱਚ ਬੜੀ ਇਹ ਅਨੋਖੀ ਰੀਤ ਹੈ ਜੀ, ਕਿਸੇ ਧਰਮ 'ਚ ਐਸੀ ਨਹੀਂ ਹੈਗੀ। ਖੋਜ ਲਓ ਤੁਸੀਂ, ਮੈਂ ਉਹਨਾਂ ਦੀ ਬਦਨਾਮੀ ਨਹੀਂ ਕਰਦਾ, ਪਰ ਜੋ ਸਾਡਾ ਦੇਖੋ, ਮੈਨੂੰ ਇੰਨਾ ਤੇ ਹੱਕ ਨਾ ਕਿ ਮੈਂ ਆਪਣੀ ਗੱਲ ਜਿਹੜੀ ਆ ਉਹ ਮੈਂ ਕਰ ਸਕਾਂ। ਮਹਾਰਾਜ ਨੇ ਮੱਥਾ ਟੇਕ ਦਿੱਤਾ। ਜੋ ਪੁਰਾਤਨ ਰੀਤਾਂ ਚੱਲਦੀਆਂ ਆ ਰਹੀਆਂ ਸੀ, ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ, ਗੁਰੂ ਰਾਮਦਾਸ ਜੀ ਨੂੰ ਸੋਹਣੇ ਬਸਤਰ ਪਵਾਏ ਗਏ। ਸੋਹਣੇ ਬਸਤਰ ਪਵਾ ਕੇ ਤੇ ਫਿਰ ਉਹੀ ਹੋਇਆ ਜੋ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਕਹਿੰਦੇ ਆ, ਨੌ ਕਰਤਾ ਕਾ ਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਗੁਣਾ ਸਤ ਭੈਣ ਭਰਾਵ ਹੈ ਪਰ ਅੰਗਤ ਦਾਨ ਪੜੀਵ ਦੇ, ਨਾਨਕ ਰਾਜ ਚਲਾਇਆ ਸਚਕੋਟ ਸਦਾਨੀ ਨੀਵ ਦੇ, ਲਹਿਣੇ ਧਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ। ਇਹ 'ਚ ਪੰਕਤੀ ਆਉਂਦੀ ਹੈ, ਗੁਰ ਚੇਲੇ, ਇੱਥੇ ਵਿਸ਼ਰਾਮ ਦੇ ਕੇ ਪੜਨਾ। ਗੁਰ ਨੂੰ ਚੇਲੇ ਦੇ ਨਾਲ ਇਕੱਠਾ ਨਹੀਂ ਪੜਨਾ। ਗੁਰ ਚੇਲੇ ਰਹਿਰਾਸ ਕੀ, ਗੁਰੂ ਨੇ ਚੇਲੇ ਦੇ ਪੈਰਾਂ ਦੇ ਵਿੱਚ ਮੱਥਾ ਟੇਕ ਦਿੱਤਾ। ਰਹਿਰਾਸ ਦਾ ਕੀ ਅਰਥ ਹੈ? ਮੱਥਾ। ਗੁਰ ਚੇਲੇ ਰਹਿਰਾਸ ਕੀ, ਨਾ ਨਕ ਸਲਾਮਤ ਥੀਵ ਦੇ ਹੁੰਦੇ ਪਰ ਤੱਕ ਸਤਿਗੁਰੂ ਬਹਿਰਾਜ ਆਪ ਟਿਕਾਇਆ। ਗੁਰੂ ਸਾਹਿਬ ਜੀ ਆਪਣੀ ਹਯਾਤੀ ਦੇ ਵਿੱਚ ਹੀ ਆਪਣੀ ਜੋਤ ਜਿਹੜੀ ਹੈ ਉਹ ਮਹਾਰਾਜ ਅਗਲੇ ਸਰੀਰ ਵਿੱਚ ਟਿਕਾ ਗਏ। ਤੇ ਫਿਰ ਉੱਥੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੂੰ, ਬਾਬਾ ਸੱਤਾ ਜੀ ਨੂੰ ਕਹਿਣਾ ਪਿਆ, ਧੰਨ ਧੰਨ। ਹਾਂ, ਔਰ ਵੈਸੇ ਨਾ ਮੈਂ ਤੁਹਾਨੂੰ ਬੇਨਤੀ ਕਰਾਂ, ਮੇਰੇ ਪਿੱਛੇ ਹਜੂਰੀ ਰਾਗੀ ਬੈਠੇ ਆ, ਇਹਨਾਂ ਨਾਲ ਇਹ ਸ਼ਬਦ ਦੀ ਵਿਚਾਰ ਹੋ ਰਹੀ ਸੀ। ਮੈਨੂੰ ਪਹਿਲਾਂ ਇਹ ਭੁਲੇਖਾ ਸੀਗਾ ਕਿ ਸ਼ਾਇਦ ਦਰਬਾਰ ਸਾਹਿਬ ਦੀ ਇੱਕ ਮਰਿਆਦਾ ਹੈ ਵੀ ਰੋਜ਼ ਇਹ ਸ਼ਬਦ ਪੜ੍ਹਨਾ। ਫਿਰ ਭਾਈ ਸਾਹਿਬ ਕਹਿੰਦੇ ਮਰਿਆਦਾ ਨਹੀਂ, ਇਹ ਹਰ ਰਾਗੀ ਦੀ ਇੱਕ ਭਾਵਨਾ ਹੈ ਕਿ ਅਸੀਂ ਗੁਰੂ ਰਾਮਦਾਸ ਦੇ ਦਰਬਾਰ ਤੇ ਹਾਂ, ਤੇ ਕਿਉਂ ਨਾ ਇਹ ਸ਼ਬਦ ਜਿਹੜਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਚਰਨਾਂ ਵਿੱਚ ਰੱਖਿਆ ਜਾਵੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ, ਸਿਰਿਆ ਕਿੰਨੇ ਹੈ? ਪਰਮਾਤਮਾ ਨੇ। ਜਿਨ ਸਿਰਿਆ ਤਿਨੇ, ਹਾਂ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ। ਧਾਰਿਆ ਦੇ ਕੀ ਅਰਥ ਹੈ? ਉਹ ਜਿਨਨੇ ਸਰੀਰ ਬਣਾਇਆ ਸੀ ਉਹ ਆਪ ਆ ਕੇ ਅੱਜ ਵਿੱਚ ਬਹਿ ਗਿਆ। ਧਾਰਿਆ ਦਾ ਮਤਲਬ ਬਹਿ ਗਿਆ। ਫਿਰ ਅੱਗੇ ਮਹਾਰਾਜ ਕਹਿੰਦੇ ਸਿੱਖੀ ਅਤੇ ਸੰਗਤੀ। ਮੱਥਾ ਕਿੱਦਾਂ ਟੇਕਿਆ? ਪਾਰ ਬ੍ਰਹਮ ਕਰ, ਰੱਬ ਦਾ ਰੂਪ ਮੰਨ ਕੇ ਉਹਨੂੰ ਨਮਸਕਾਰ ਕਰ ਦਿੱਤੀ। ਠੀਕ ਹੈ ਜੀ। ਇੱਥੇ ਬਾਣੀ ਕਹਿੰਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਆ, ਵਿਨ ਸਤਿਗੁਰ ਕਿਨੇ ਨਾ ਪਾਇਓ, ਵਿਨ ਸਤਿਗੁਰ ਕਿਨੇ ਨਾ ਪਾਇਆ। ਕਿਉਂ? ਸਤਿਗੁਰ ਵਿੱਚ ਆਪ ਰੱਖਿਓਨ, ਆਪ ਪਰਮਾਤਮਾ ਨੇ ਟਿਕਾ ਲਿਆ। ਤੇ ਸਾਡੇ ਵਿਦਵਾਨ ਕਹਿੰਦੇ ਆ ਕਿ ਗੁਰੂ ਨਾਨਕ ਦੇ ਵੀ 5 ਤੱਤ ਹੈ ਤੇ ਸਾਡੇ ਵੀ 5 ਤੱਤ ਹੈ। ਠੀਕ ਹੈ, ਕੋਈ ਫਰਕ ਨਹੀਂ ਕਹਿੰਦੇ ਹੈਗਾ। ਉਹ ਜਿਹੜਾ ਰੋਜ਼ ਹੀ ਫੈਸ਼ਨ ਡਰਾਮੇ ਕਰਦਾ, ਫੇਸਬੁੱਕ ਤੇ ਨਵੇਂ ਸੂਟ ਪਾਉਂਦਾ, ਕਹਿੰਦਾ ਗੁਰੂ ਨਾਨਕ ਦੇ ਵੀ 5 ਤੱਤ ਹੈ ਤੇ ਸਾਡੇ ਵੀ 5 ਤੱਤ ਹੈ। ਬੜੇ ਧਿਆਨ ਨਾਲ ਸੁਣਿਓ, ਸਾਡੇ 5 ਤੱਤਾਂ ਦੇ ਵਿੱਚੋਂ ਵਿਕਾਰ ਨਿਕਲਦਾ ਪਿਆ। ਤੇ ਗੁਰੂ ਨਾਨਕ ਦੇਵ ਜਦੋਂ ਸ਼ਿਵਨਾਬ ਕੋ ਜਾਂਦੇ ਆ ਤੇ ਸ਼ਿਵਨਾਬ ਰਾਜਾ ਜਿਹੜਾ ਉਹਦੇ ਗੁਰੂ ਨਾਨਕ ਸਾਹਿਬ ਦੇ ਅੱਗੇ ਅੱਧੀਆਂ ਨੰਗੀਆਂ ਆਪਣੇ ਕੁਆਰੇ ਦੀਆਂ, ਆਪਣੇ ਰਾਜ ਦੀਆਂ ਕੁਆਰੀਆਂ ਕੰਨਿਆਵਾਂ ਨਚਾਉਂਦਾ। ਮਹਾਰਾਜ ਅੱਖਾਂ ਮੁੰਦ ਕੇ ਬਾਣੀ ਪੜ੍ਹ ਰਹੇ ਆ। ਜਦੋਂ ਮਹਾਰਾਜ ਅੱਖਾਂ ਖੋਲਦੇ, ਆਪਣੇ ਨੇਤਰ ਖੋਲਦੇ ਤੇ ਕਹਿੰਦੇ ਗਾਚੋ ਪੁੱਤਰੀ ਰਾਜਕੁਮਾਰ। ਉਹ ਮੇਰੀ ਉਹ ਧੀਓ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ। 5 ਤੱਤ ਗੁਰੂ ਨਾਨਕ ਦੇ ਤੇ 5 ਤੱਤ ਸਾਡੇ। ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਨੋ ਸੱਚ ਦੋਤ ਸਵਾਰ। ਮੇਰੀ ਉਹ ਧੀਓ, ਨਾਮ ਨਾਲ ਜੁੜੋ, ਤੁਹਾਡਾ ਲੋਕ ਵੀ ਸਵਾਰਿਆ ਜਾਵੇ, ਤੁਹਾਡਾ ਪਰਲੋਕ ਵੀ। ਚੌਫਾਲ ਗੁਰੂ ਨਾਨਕ ਦੇ ਚਰਨਾਂ ਵਿੱਚ ਡਿੱਗ ਗਈਆਂ। ਕਹਿੰਦੇ ਤੂੰ ਕੌਣ ਹੈ ਜਿਨੇ ਸਾਨੂੰ ਪਹਿਲੀ ਵਾਰੀ ਧੀਆਂ ਕਿਹਾ, ਨਹੀਂ ਤੇ ਅੱਜ ਤੱਕ ਸਾਨੂੰ ਮਾੜੀ ਨਿਗਾਹ ਦੇ ਨਾਲ ਦੇਖਿਆ ਗਿਆ। ਇਹ ਹੈ, ਇਹ ਹੈ, ਇਹ ਹੈ ਸਾਧ ਸੰਗਤ ਜੀ।
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰੇ। ਮਹਾਰਾਜ ਕਹਿੰਦੇ ਵੀ ਤੂੰ ਮਹਾਨ ਹੈ। ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ। ਹੁਣ ਅੱਗੇ ਦਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਲਵਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਕਿਉਂਕਿ ਮੇਰੀ ਆਦਤ ਹੈ ਅਗਰ ਗੁਰੂ ਅਰਜਨ ਦੇਵ ਜੀ ਦੀ ਗੱਲ ਕਰ ਰਹੇ ਆ ਨਾ ਤੇ ਖੁੱਲ੍ਹ ਕੇ ਕੀਤੀ ਜਾਵੇ ਉਹਨਾਂ ਦੀ ਵਿਚਾਰ। ਠੀਕ ਹੈ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ